ਪੰਜਾਬ ਦੇ ਵਿੱਚ ਛੇਤੀ ਹੀ ਡਰੋਨ ਨਾਲ ਤੁਸੀਂ ਆਪਣੇ ਖੇਤਾਂ ਦੇ ਵਿੱਚ ਫਰਟੀਲਾਈਜ਼ਰ ਸਪਰੇਇੰਗ ਇਹ ਸਭ ਕੁਝ ਕਰ ਪਾਓਗੇ। ਮੇਕ ਇਨ ਇੰਡੀਆ ਪ੍ਰੋਜੈਕਟ ਹੇਠ ਇਹ ਭਾਰਤ ਦਾ ਅਜਿਹਾ ਡਰੋਨ ਹੈ ਜਿਸ ਨੂੰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਵਰਤਿਆ ਜਾ ਰਿਹਾ ਹੈ, ਜਿਸ ਦੇ ਵਿੱਚ ਅਡਾਨੀ ਦੇ ਪੋਰਟਸ ਵੀ ਸ਼ਾਮਿਲ ਨੇ, ਜਦਕਿ ਕਈ ਰੇਲਵੇ ਟਰੈਕਸ ਦੀ ਮੋਨੀਟਰਿੰਗ ਲਈ ਵੀ ਸਰਵੇਲੈਂਸ ਲਈ ਇਸ ਨੂੰ ਯੂਜ਼ ਕੀਤਾ ਜਾ ਰਿਹਾ ਹੈ। ਇਹ ਜਿਹੜਾ ਡਰੋਨ ਬਣਾਇਆ ਆਪਾਂ ਇਹ ਸਾਰਾ ਇੱਥੇ ਹੀ ਬਣਿਆ ਹੈ। ਇਹਦੇ ਪਾਰਟਸ ਜਿਹੜੇ ਆਪਾਂ ਇੱਥੇ ਹੀ ਮੈਨੂਫੈਕਚਰ ਕਰ ਰਹੇ ਹਾਂ ਆਈਸਰ ਦੇ ਅੰਦਰ। ਤੇ ਜਿਹੜਾ ਐਗਰੀਕਲਚਰ ਜਾਂ ਫਿਰ ਖੇਤੀਬਾੜੀ ਦੇ ਸੰਬੰਧੀ ਡਰੋਨ ਦੀ ਗੱਲ ਹੈ ਤੇ ਉਹਦੇ ਵਿੱਚ ਆਪਾਂ ਸਪਰੇਇੰਗ ਤੇ ਸੀਡਰ ਮੈਕੈਨਿਜ਼ਮ ਜਿਹੜਾ ਕਿ ਬੀਜ ਸੁੱਟਣ ਵਾਲਾ ਇੱਕ ਮਤਲਬ ਉਹ ਹੈਗਾ ਬਣਾਇਆ ਆਪਾਂ ਇੱਥੇ ਹੀ ਆਈਸਰ ਦੇ ਅੰਦਰ 3D ਪ੍ਰਿੰਟ ਕੀਤਾ ਹੈ। ਸਾਰਾ ਡੇਟਾ ਚਾਈਨਾ ਇਕੱਠਾ ਕਰਦਾ ਸੀ। ਚਾਈਨਾ ਦੇ ਡਰੋਨਸ ਮਤਲਬ ਯੂਜ਼ ਹੁੰਦੇ ਸੀ ਹਰ ਪਾਸੇ। ਹੁਣ ਇੰਡੀਅਨ ਗਵਰਨਮੈਂਟ ਨੇ ਬੈਨ ਕਰਤੇ ਉਹ ਡਰੋਨਸ। ਹੁਣ ਇੰਡੀਆ ਦੀ ਗਵਰਨਮੈਂਟ ਕਹਿੰਦੀ ਕਿ ਜੇ ਇੰਡੀਆ 'ਚ ਆਪਰੇਟ ਕਰਨਾ ਹੈ ਤਾਂ ਇੰਡੀਆ ਦਾ ਹੀ ਬਣਿਆ ਡਰੋਨ ਹੋਣਾ ਚਾਹੀਦਾ। ਉਹਦੇ ਵਿੱਚ 65% ਇੰਡੀਅਨ ਪਾਰਟਸ ਹੋਣ, 35% ਬਾਹਰ ਦੇ ਪਾਰਟਸ ਹੋਣ। ਤੇ ਇਹ ਪ੍ਰੋਡਕਟ ਜਿਹੜਾ ਆਪਾਂ ਬਣਾਇਆ ਇਹ ਆਪਾਂ ਸਰਵਿਸ ਲਈ ਬਣਾਇਆ ਬੇਸਿਕਲੀ। ਤੇ ਇਹ ਉਹਨਾਂ ਨੂੰ ਖਰੀਦਣ ਦੀ ਲੋੜ ਨਹੀਂ ਹੈ। ਅਸੀਂ ਸਰਵਿਸ ਵੀ ਦੇਵਾਂਗੇ ਕਿ ਜਿੱਦਾਂ ਪਰ ਏਕੜ ਹੋ ਗਿਆ, ਛੋਟਾ ਏਰੀਆ ਵੀ ਹੈ ਤਾਂ ਵੀ ਸਰਵਿਸ ਦੇਵਾਂਗੇ। ਪੰਜਾਬ ਦੇ ਵਿੱਚ ਛੇਤੀ ਹੀ ਡਰੋਨ ਨਾਲ ਤੁਸੀਂ ਆਪਣੇ ਖੇਤਾਂ ਦੇ ਵਿੱਚ ਫਰਟੀਲਾਈਜ਼ਰ ਸਪਰੇਇੰਗ ਇਹ ਸਭ ਕੁਝ ਕਰ ਪਾਓਗੇ। ਇੱਕ ਪੰਜਾਬ ਦੀ ਹੀ ਇੱਕ ਕੰਪਨੀ ਅਸੀਂ ਕਹਿ ਸਕਦੇ ਹਾਂ ਆਇਓਟਾਈਜ਼, ਇਹਨਾਂ ਨੇ ਕਦੇ ਅਜਿਹਾ ਡਰੋਨ ਬਣਾਇਆ ਹੈ ਜੋ ਕਿ ਸਿਕਿਉਰਿਟੀ ਸਰਵੇਲੈਂਸ ਕਰਨ ਦੇ ਨਾਲ ਪੰਜਾਬ ਦੇ ਖੇਤਾਂ ਦੇ ਵਿੱਚ ਕਾਫੀ ਹੈਲਪ ਮੁਹੱਈਆ ਕਰਵਾ ਸਕੇਗਾ। ਜੇਕਰ ਤੁਸੀਂ ਆਪਣੇ ਖੇਤਾਂ ਦੇ ਵਿੱਚ ਫਸਲਾਂ ਨੂੰ ਸਪਰੇਇੰਗ ਕਰਵਾਉਣੀ ਹੈ ਜਾਂ ਸੀਡਿੰਗ ਕਰਵਾਉਣੀ ਹੈ ਜਾਂ ਜੋ ਵੀ ਸਰਵਿਸਿਜ਼ ਹੁੰਦੀਆਂ ਉਹ ਕਰਵਾਉਣੀਆਂ ਨੇ। ਫਿਲਹਾਲ ਤੁਹਾਨੂੰ ਇੱਕ ਅਜਿਹਾ ਡਰੋਨ ਦਿਖਾਉਂਦੇ ਹਾਂ ਜੋ ਕਿ ਕਾਫੀ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਔਰ ਇੱਕ ਖਾਸ ਗੱਲ ਹੈ, ਮੇਕ ਇਨ ਇੰਡੀਆ ਪ੍ਰੋਜੈਕਟ ਹੇਠ ਇਹ ਭਾਰਤ ਦਾ ਅਜਿਹਾ ਡਰੋਨ ਹੈ ਜਿਸ ਨੂੰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਵਰਤਿਆ ਜਾ ਰਿਹਾ ਹੈ, ਜਿਸ ਦੇ ਵਿੱਚ ਅਡਾਨੀ ਦੇ ਪੋਰਟਸ ਵੀ ਸ਼ਾਮਿਲ ਨੇ, ਜਦਕਿ ਕਈ ਰੇਲਵੇ ਟਰੈਕਸ ਦੀ ਮੋਨੀਟਰਿੰਗ ਲਈ ਵੀ ਸਰਵੇਲੈਂਸ ਲਈ ਇਸ ਨੂੰ ਯੂਜ਼ ਕੀਤਾ ਜਾ ਰਿਹਾ ਹੈ। ਇਹ ਸਾਰਾ ਡਰੋਨ ਜੋ ਤੁਸੀਂ ਦੇਖ ਪਾ ਰਹੇ ਹੋ, ਇਸ ਦੇ ਵਿੱਚ ਇਸ ਤਰੀਕੇ ਦੀ ਟੈਕਨੋਲੋਜੀ ਹੈ ਜੋ ਕਿ ਹੁਣ ਤੱਕ ਬਾਹਰਲੇ ਮੁਲਕਾਂ ਦੇ ਵਿੱਚ ਹੀ ਬਣਦੀ ਰਹੀ ਹੈ, ਪਰ ਹੁਣ ਭਾਰਤ ਨੇ ਇਸ ਦੇ ਵਿੱਚ ਲੀਡਿੰਗ ਮਾਰਕੀਟ ਬਣਦੇ ਹੋਏ ਔਰ ਆਈਸਰ ਮੋਹਾਲੀ ਦੇ ਵਿੱਚ ਇਸ ਸਾਰੇ ਪ੍ਰੋਜੈਕਟ ਦਾ ਜਨਮ ਹੋਇਆ ਹੈ। ਇਹ ਸਾਰੀ ਕੰਪਨੀ ਜਿਹੜੀ ਉੱਥੋਂ ਦੀ ਬੇਸਡ ਹੈ ਉਹਨਾਂ ਨੇ ਇਸ ਸਾਰੇ ਪ੍ਰੋਜੈਕਟ ਨੂੰ ਜਨਮ ਦਿੱਤਾ ਹੈ। ਕੀ ਖਾਸ ਹੈ ਭਾਰਤ ਦੇ ਇਸ ਡਰੋਨ ਦੇ ਵਿੱਚ ਔਰ ਕਿੱਦਾਂ ਵੱਖਰਾ ਹੈ, ਕਿੱਦਾਂ ਭਾਰਤ ਨੂੰ ਹੋਰ ਵੀ ਪਾਵਰਫੁਲ ਕੰਟਰੀ ਦੇ ਵਜੋਂ ਇਹ ਪੇਸ਼ ਕਰ ਸਕਦਾ ਹੈ ਜੇਕਰ ਇਸ ਤਰੀਕੇ ਦੀ ਟੈਕਨੋਲੋਜੀ ਆ ਜਾਂਦੀ ਹੈ, ਔਰ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਇਸ ਦਾ ਲਾਹਾ ਮਿਲੇਗਾ। ਇਸ ਬਾਰੇ ਗੱਲ ਕਰਨ ਲਈ ਮੇਰੇ ਨਾਲ ਸ਼ਿਵਾਂਸ਼ ਸੇਠੀ ਮੌਜੂਦ ਨੇ ਜੋ ਕਿ ਆਇਓਟਾਈਜ਼ ਕੰਪਨੀ ਦੇ ਹੀ ਪ੍ਰਬੰਧਕ ਨੇ ਔਰ ਆਰਗੇਨਾਈਜ਼ਰ ਨੇ ਔਰ ਇਹਨਾਂ ਨੇ ਹੀ ਡਰੋਨ ਬਣਾਇਆ ਹੈ। ਵੈਲਕਮ ਟੂ ਔਨ ਏਅਰ। ਥੈਂਕ ਯੂ ਮੈਮ, ਥੈਂਕਸ ਅ। ਕੀ ਖਾਸ ਹੈ, ਜਿਵੇਂ ਮੈਂ ਕਿਹਾ ਤੁਸੀਂ ਕਿਹਾ ਵੀ ਇਹਦੇ ਨਾਲ ਪੰਜਾਬ ਦੇ ਕਿਸਾਨ ਖਾਸ ਕਰ ਲਾਹਾ ਲੈ ਸਕਦੇ ਜੀ। ਸੋ ਮੈਮ ਇਹ ਜਿਹੜਾ ਡਰੋਨ ਬਣਾਇਆ ਆਪਾਂ ਇਹ ਸਾਰਾ ਇੱਥੇ ਹੀ ਬਣਿਆ ਹੈ। ਇਹਦੇ ਪਾਰਟਸ ਜਿਹੜੇ ਆਪਾਂ ਇੱਥੇ ਹੀ ਮੈਨੂਫੈਕਚਰ ਕਰ ਰਹੇ ਹਾਂ ਆਈਸਰ ਦੇ ਅੰਦਰ। ਤੇ ਜਿਹੜਾ ਐਗਰੀਕਲਚਰ ਜਾਂ ਫਿਰ ਖੇਤੀਬਾੜੀ ਦੇ ਸੰਬੰਧੀ ਡਰੋਨ ਦੀ ਗੱਲ ਹੈ ਤੇ ਉਹਦੇ ਵਿੱਚ ਆਪਾਂ ਸਪਰੇਇੰਗ ਤੇ ਸੀਡਰ ਮੈਕੈਨਿਜ਼ਮ ਜਿਹੜਾ ਕਿ ਬੀਜ ਸੁੱਟਣ ਵਾਲਾ ਇੱਕ ਮਤਲਬ ਉਹ ਹੈਗਾ ਬਣਾਇਆ ਆਪਾਂ ਇੱਥੇ ਹੀ ਆਈਸਰ ਦੇ ਅੰਦਰ 3D ਪ੍ਰਿੰਟ ਕੀਤਾ ਹੈ। ਤੇ ਉਹਦੇ ਵਿੱਚ ਆਪਾਂ ਕੀ ਕਰ ਸਕਦੇ ਕਿ ਆਪਾਂ ਬਹੁਤ ਬੜੇ ਏਰੀਆਜ਼ ਨੂੰ ਟਾਰਗੇਟ ਕਰਕੇ ਉੱਥੇ ਸੀਡਰ ਮੈਕੈਨਿਜ਼ਮ ਦੇ ਨਾਲ ਬੀਜ ਸੁੱਟ ਸਕਦੇ ਹਾਂ। ਤੇ ਉਹਦੇ ਬਾਅਦ ਸਪਰੇਇੰਗ ਤੇ ਹੋਰ ਉਹਦੀ ਜਿਹੜੀ ਫਸਲ ਹੈ ਉਹਦੇ ਵਿੱਚ ਕੀੜਾ ਤਾਂ ਨਹੀਂ ਲੱਗ ਗਿਆ, ਜਿੱਦਾਂ ਉਹਦੇ ਵਿੱਚ ਕਿਆ ਗਰੋਥ ਦੇ ਪਰਸਪੈਕਟਿਵ ਹੈ ਉਹ ਸਾਰੇ ਆਪਾਂ ਕੈਮਰੇ ਨਾਲ ਕੈਪਚਰ ਕਰਦੇ। ਥਰਮਲ ਕੈਮਰਾਜ਼ ਵੀ ਹੈਗੇ ਸਾਡੇ ਕੋਲ ਜੀ। ਕਿਉਂ ਇੰਨਾ ਟਾਈਮ ਲੱਗ ਗਿਆ ਭਾਰਤ ਦੇ ਵਿੱਚ? ਕਿਉਂਕਿ ਪਹਿਲਾਂ ਤੁਸੀਂ ਕਿਹਾ ਡਰੋਨ ਮੈਨੂਫੈਕਚਰਿੰਗ ਨਹੀਂ ਹੁੰਦੀ ਸੀਗੀ ਔਰ ਤੁਸੀਂ ਆਈ ਥਿੰਕ ਇਹ ਪਹਿਲੀ ਕੰਪਨੀ ਹੈ ਜੋ ਕਿ ਡਰੋਨ ਮੈਨੂਫੈਕਚਰ ਕਰ ਰਹੀ ਹੈ। ਨਹੀਂ ਮੈਮ, ਪੰਜਾਬ 'ਚ ਹੋਰ ਵੀ ਕੰਪਨੀਜ਼ ਟਰਾਈ ਕਰ ਰਹੀਆਂ ਬਟ ਪੰਜਾਬ ਦੀ ਇਹ ਪਹਿਲੀ ਕੰਪਨੀ ਜਿਹਨੇ ਆਪਣਾ ਸਾਰਾ ਬਣਾ ਲਿਆ ਹੈ। ਤੇ ਬਾਕੀ ਇੰਡੀਆ 'ਚ ਹੋਰ ਕੰਪਨੀਜ਼ ਆਲਰੇਡੀ ਆਪਰੇਟ ਕਰ ਰਹੀਆਂ ਹੈ। ਕਾਫੀ ਵਧੀਆ ਕੰਪਨੀਜ਼ ਵੀ ਹੈਗੀਆਂ ਜਿਨ੍ਹਾਂ ਨੂੰ ਬਹੁਤ ਤਗੜੀ ਫੰਡਿੰਗ ਮਿਲੀ ਹੈ। ਬਟ ਪਹਿਲਾਂ ਜਿਹੜਾ ਤੁਸੀਂ ਕੁਐਸਚਨ ਕੀਤਾ ਕਿ ਪਹਿਲਾਂ ਕਿਉਂ ਨਹੀਂ ਹੋ ਰਿਹਾ ਸੀ ਇੰਡੀਆ 'ਚ, ਹੁਣ ਕਿਉਂ ਹੋ ਰਿਹਾ ਮੈਮ, ਉਹਦਾ ਰੀਜ਼ਨ ਇਹ ਹੈ ਕਿ ਪਹਿਲਾਂ ਜਿਹੜਾ ਚਾਈਨਾ ਦੀ ਨਾ ਮੋਨੋਪੋਲੀ ਸੀਗੀ ਤਾਈਵਾਨ 'ਚ, ਜਿੰਨੀ ਵੀ ਚਿਪ ਬਣਦੀ ਸੀ ਚਾਈਨਾ ਉਹਨੂੰ ਕੰਟਰੋਲ ਕਰਦਾ ਸੀ। ਬਟ ਹੁਣ ਕਿਉਂਕਿ ਉੱਥੇ ਇੱਕ ਆਪਸ ਬਹੁਤ ਜ਼ਿਆਦਾ ਉਹਨਾਂ ਦੀ ਵਾਰ ਚੱਲ ਰਹੀ ਹੈ ਤੇ ਉਹਦੇ ਵਿੱਚ ਬੇਸਿਕਲੀ ਚਿਪ ਦੀ ਹੀ ਡੋਮੀਨੈਂਸ ਹੈ ਨਾ। ਜਿਹੜਾ ਪਹਿਲਾਂ ਜਿਹਦਾ ਤੇਲ ਹੁੰਦਾ ਸੀ ਕਮੋਡਿਟੀ, ਹੁਣ ਡੇਟਾ ਬਣ ਗਿਆ। ਸਾਰਾ ਡੇਟਾ ਚਾਈਨਾ ਇਕੱਠਾ ਕਰਦਾ ਸੀ। ਚਾਈਨਾ ਦੇ ਡਰੋਨਸ ਮਤਲਬ ਯੂਜ਼ ਹੁੰਦੇ ਸੀ ਹਰ ਪਾਸੇ। ਹੁਣ ਇੰਡੀਅਨ ਗਵਰਨਮੈਂਟ ਨੇ ਬੈਨ ਕਰਤੇ ਉਹ ਡਰੋਨਸ। ਹੁਣ ਇੰਡੀਆ ਦੀ ਗਵਰਨਮੈਂਟ ਕਹਿੰਦੀ ਕਿ ਜੇ ਇੰਡੀਆ 'ਚ ਆਪਰੇਟ ਕਰਨਾ ਹੈ ਤਾਂ ਇੰਡੀਆ ਦਾ ਹੀ ਬਣਿਆ ਡਰੋਨ ਹੋਣਾ ਚਾਹੀਦਾ। ਉਹਦੇ ਵਿੱਚ 65% ਇੰਡੀਅਨ ਪਾਰਟਸ ਹੋਣ, 35% ਬਾਹਰ ਦੇ ਪਾਰਟਸ ਹੋਣ। ਤੇ ਉਹ DGCA ਨੇ ਵੀ ਇਹ ਜੀ ਕੰਪਲਾਈਂਸ ਕੱਢੀ ਹੈ ਜਿਹਦੇ ਵਿੱਚ ਆਪਾਂ ਮਤਲਬ ਹੁਣ ਕੰਪਲਾਈ ਕਰ ਰਹੇ ਹਾਂ। ਕਾਫੀ ਪਾਰਟਸ ਹੁਣ ਇੰਡੀਆ 'ਚ ਬਣਨ ਲੱਗ ਗਏ ਆ ਹੁਣ, ਤਾਂ ਹੀ ਬਹੁਤ ਸਾਰੀ ਇੰਡਸਟਰੀ ਇੱਥੇ ਆ ਰਹੀ ਹੈ ਜੀ।
ਕਿੰਨਾ ਲਾਹਾ ਮਿਲੇਗਾ ਭਾਰਤ ਨੂੰ ਇਸ ਦਾ, ਪੰਜਾਬ ਨੂੰ ਇਸ ਦਾ, ਕਿਉਂਕਿ ਤੁਸੀਂ ਕਿਹਾ ਅਡਾਨੀ ਪੋਰਟਸ ਦੇ ਉੱਪਰ ਸਰਵੇਲੈਂਸ ਲਈ ਜਾਂ ਸਿਕਿਉਰਿਟੀ ਜਿਹਨੇ ਥ੍ਰੈਟਸ ਹੁੰਦੇ ਉਸ ਨੂੰ ਇਸ ਦੀ ਨਜ਼ਰ ਰੱਖਣ ਲਈ ਡਰੋਨ ਕੰਮ ਆ ਰਹੇ ਨੇ, ਤੇ ਹੁਣ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਲਾਹਾ ਮਿਲ ਪਾਏਗਾ। ਜੀ ਬਿਲਕੁਲ ਮੈਮ, ਜਿਹੜੇ ਅਡਾਨੀ ਪੋਰਟਸ ਦੇ ਡਰੋਨਸ ਹੈ ਉਹ ਬੇਸਿਕਲੀ ਉਹਦੇ ਲਈ ਹੈ ਕਿ ਉਹਨਾਂ ਦੀ ਜਿਹੜੀ ਮਸ਼ੀਨਰੀ ਹੈ ਉਹ 'ਤੇ ਕਿੰਨਾ ਮਤਲਬ ਉਹਦਾ ਡੈਮੇਜ ਹੋ ਚੁੱਕਾ ਹੈ, ਉਹ 'ਤੇ ਜਰ ਤਾਂ ਨਹੀਂ ਲੱਗ ਗਿਆ, ਜੰਗ ਤਾਂ ਨਹੀਂ ਲੱਗ ਗਿਆ, ਅਤੇ ਉਹਦੇ ਵਿੱਚ ਕਿੰਨੇ ਕਰੈਕਸ ਆ ਚੁੱਕੇ ਹੈ, ਉਹ ਸਭ ਚੀਜ਼ਾਂ ਚੈੱਕ ਹੋ ਰਹੀਆਂ। ਅਤੇ ਹੌਲੀ ਹੁਣ ਜਿੱਦਾਂ ਆਪਾਂ ਪੰਜਾਬ ਦੀ ਕੰਪਨੀ ਹੈ, ਹੋਰ ਵੀ ਕੰਪਨੀਜ਼ ਹੈਗੀਆਂ ਜਿਹੜੀਆਂ ਟਰਾਈ ਕਰ ਰਹੀਆਂ, ਅਤੇ ਅਸੀਂ ਸਪੋਰਟ ਕਰਨਾ ਚਾਹੁੰਦੇ ਹਾਂ ਕਿ ਨਹੀਂ, ਜੇ ਸਾਡੀ ਕੋਈ ਪਾਰਟਸ ਵੀ ਉਹ ਯੂਜ਼ ਕਰ ਸਕਦੇ ਹਾਂ ਤਾਂ ਅਸੀਂ ਉਹ ਦੇਣ ਨੂੰ ਤਿਆਰ ਹਾਂ। ਕਿੰਨਾ ਟਾਈਮ ਲੱਗਿਆ ਤੁਹਾਨੂੰ ਇਸ ਡਰੋਨ ਮੈਨੂਫੈਕਚਰਿੰਗ ਨੂੰ, ਔਰ ਕਿੰਨਾ ਸਟਰਗਲ ਰਿਹਾ ਇਸ ਨੂੰ ਬਣਾਉਣ ਦੇ ਵਿੱਚ, ਬਾਹਰੋਂ ਜਿੰਨੇ ਵੀ ਪਾਰਟਸ ਮੰਗਵਾਉਣ ਦੇ ਵਿੱਚ, ਔਰ ਕਿੰਨੀ ਕੁ ਇਨਵੈਸਟਮੈਂਟ ਤੁਹਾਡੀ ਖੁਦ ਦੀ ਲੱਗੀ? ਮੈਮ ਸਟਾਰਟਿੰਗ ਅਸੀਂ ਕੀਤੀ ਸੀ 2019-2018 'ਚ, ਤਾਂ ਕਿਆ ਹੋਇਆ ਕਿ 3 ਸਾਲ 4 ਸਾਲ ਆਪਣੇ ਲਗਾਏ ਵਿਦਆਊਟ ਸੈਲਰੀ ਆਪਾਂ ਕੰਮ ਕੀਤਾ, ਅਤੇ ਪਹਿਲਾਂ ਟੀਮ ਵੀ ਨਹੀਂ ਸੀਗੀ, ਅਤੇ ਹੁਣ ਫਿਰ ਸਾਨੂੰ ਜਦ ਫੰਡਿੰਗ ਮਿਲੀ ਉਹਦੇ ਬਾਅਦ ਆਪਾਂ ਟੀਮ ਹਾਇਰ ਕੀਤੀ। ਤਾਂ ਇਹ ਆਈਓਟਾਈਜ਼ ਦੇ MD ਹੈ ਸਰ, ਇਹ ਮਤਲਬ ਇਹਨਾਂ ਨੂੰ 30 ਇਅਰਸ ਆਫ ਐਕਸਪੀਰੀਅੰਸ ਹੈ ਇੰਡਸਟਰੀ ਦਾ, ਮੈਨੂਫੈਕਚਰਿੰਗ ਇੰਡਸਟਰੀ ਤੋਂ ਆਏ ਹੈ, ਅਤੇ ਮਤਲਬ ਸਾਨੂੰ 3 ਸਾਲ ਲੱਗੇ, ਬਟ ਹੁਣ ਜਿੱਦਾਂ ਐਕਸਲਰੇਟ ਹੋ ਗਈ ਹੈ ਗਰੋਥ, ਕਾਫੀ ਬੈਨੀਫਿਟਸ ਮਿਲ ਰਹੇ ਗਵਰਨਮੈਂਟ ਵੱਲੋਂ, ਜਿੱਦਾਂ ਸਬਸਿਡਾਈਜ਼ ਪ੍ਰਾਈਸਿਸ 'ਤੇ ਆਫਿਸ ਮਿਲ ਰਹੇ ਹੈ, ਫੰਡਿੰਗਸ ਮਿਲ ਰਹੀਆਂ। ਇਨਫੈਕਟ ਅਸੀਂ 1.5 ਕਰੋੜ ਦੀ ਫੰਡਿੰਗ ਚੱਕ ਚੁੱਕੇ ਹਾਂ, ਅਤੇ ਹੁਣ ਅਗਲਾ ਰਾਊਂਡ ਸਾਡਾ 10 ਕਰੋੜ ਦਾ ਹੈ, ਇਹ ਹੁਣ ਉਹ ਵੀ ਪ੍ਰੋਸੈਸ ਕਾਫੀ ਫਾਸਟ ਹੋ ਗਿਆ ਹੈ। ਅੱਛਾ, ਤੁਸੀਂ ਇਨਵੈਸਟ ਪੰਜਾਬ ਦੇ ਵਿੱਚ ਇਸ ਨੂੰ ਡਿਸਪਲੇ ਕਰਨ ਲਈ ਆਏ ਹੋ ਜਾਂ ਪੰਜਾਬ ਦੇ ਲੋਕਾਂ ਨੂੰ ਕੋਈ ਮੈਸੇਜ ਦੇਣ ਆਏ ਹੋ? ਜੀ ਮੈਮ, ਸਟਾਰਟਅਪ ਪੰਜਾਬ ਨੇ ਬੇਸਿਕਲੀ, ਅਤੇ ਜਿਹੜਾ STPI ਹੈ, ਸੌਫਟਵੇਅਰ ਟੈਕਨੋਲੋਜੀ ਪਾਰਕ ਆਫ ਇੰਡੀਆ, ਉਹਨਾਂ ਨੇ ਸਾਨੂੰ ਸਟਾਲ ਲੈ ਕੇ ਦਿੱਤਾ ਸਾਰੇ ਸਟਾਰਟਅਪਸ ਨੂੰ ਕਿ ਅਸੀਂ ਆਪਣੇ ਪ੍ਰੋਡਕਟ ਲੈ ਕੇ ਆਈਏ ਇੱਥੇ ਅਤੇ ਡਿਸਪਲੇ 'ਤੇ ਲਾਈਏ, ਅਤੇ ਬਹੁਤ ਚੰਗਾ ਇਨੀਸ਼ੀਏਟਿਵ ਲੱਗਿਆ ਕਿ ਮੈਮ ਗਵਰਨਮੈਂਟ ਵੀ ਸਪੋਰਟ ਕਰ ਰਹੀ ਹੈ। ਕੱਲ੍ਹ CM ਸਾਹਿਬ ਆਏ, ਅਨਮੋਲ ਗਗਨ ਜੀ ਮਿਲੇ, ਅਤੇ ਹੁਣ ਮਿਨਿਸਟਰਸ ਅਪਰੋਚੇਬਲ ਹੋ ਚੁੱਕੇ ਹਨ, ਅਤੇ ਉਹ ਕਾਫੀ ਵਧੀਆ ਲੱਗਦਾ ਹੈ, ਇਨਕਰੇਜਮੈਂਟ ਮਿਲਦੀ ਹੈ ਕਿ ਕੰਮ ਕਰਨ ਦਾ ਵੀ ਮਜ਼ਾ ਆਉਂਦਾ ਹੈ ਜੀ। ਅੱਛਾ, ਕਿੱਦਾਂ ਪੰਜਾਬ ਦੇ ਫਾਰਮਰਸ, ਮੈਂ ਦੇਖਿਆ ਹੁਣੇ ਫਾਰਮਰਸ ਵੀ ਆਏ ਸੀ, ਉਹ ਪੁੱਛ ਰਹੇ ਆ ਇਸ ਚੀਜ਼ ਬਾਰੇ, ਟੈਕਨੋਲੋਜੀ ਬਾਰੇ ਵੀ, ਅਸੀਂ ਕਿੱਦਾਂ ਇਹਦੇ ਨਾਲ ਸਪਰਿੰਗ ਕਰ ਸਕਦੇ ਹਾਂ, ਕਿੱਦਾਂ ਮੁਮਕਿਨ ਹੈ? ਮੈਨ ਪਾਵਰ ਬਹੁਤ ਘੱਟ ਜਾਏਗੀ ਅਦਰਵਾਈਜ਼ ਪੰਜਾਬ ਦੇ ਖੇਤਾਂ ਦੇ ਵਿੱਚ। ਹਾਲਾਂਕਿ ਪੰਜਾਬ ਦੇ ਕਿਸਾਨ ਜ਼ਿਆਦਾਤਰ ਏਰੀਆ ਜਿਹੜਾ ਹੈ ਬਹੁਤ ਜ਼ਿਆਦਾ ਰਕਬਾ ਉਹਨਾਂ ਕੋਲ ਨਹੀਂ ਹੈਗੀ, ਔਰ ਬਹੁਤ ਜ਼ਿਆਦਾ ਰਿਚ ਅਸੀਂ ਨਹੀਂ ਕਹਿ ਸਕਦੇ, ਸੋ ਸਿਰਫ ਕੀ ਰਿਚ ਲਈ ਹੈ ਇਹ? ਨਹੀਂ ਮੈਮ, ਬੇਸਿਕਲੀ ਰਿਚਨੈਸ ਨਾ ਮੈਮ ਇੱਕ ਅੱਖ ਦਾ ਪਰਦਾ ਹੈ, ਸਭ ਦਾ ਆਪਣਾ ਆਪਣਾ ਪਰਦਾ ਹੈ ਰਿਚਨੈਸ ਦਾ, ਅਤੇ ਇਹ ਪ੍ਰੋਡਕਟ ਜਿਹੜਾ ਆਪਾਂ ਬਣਾਇਆ ਇਹ ਆਪਾਂ ਸਰਵਿਸ ਲਈ ਬਣਾਇਆ ਬੇਸਿਕਲੀ, ਅਤੇ ਇਹ ਉਹਨਾਂ ਨੂੰ ਖਰੀਦਣ ਦੀ ਲੋੜ ਨਹੀਂ ਹੈ। ਅਸੀਂ ਸਰਵਿਸ ਵੀ ਦੇਵਾਂਗੇ ਕਿ ਜਿੱਦਾਂ ਪਰ ਏਕੜ ਹੋ ਗਿਆ, ਛੋਟਾ ਏਰੀਆ ਵੀ ਹੈ ਤਾਂ ਵੀ ਸਰਵਿਸ ਦੇਵਾਂਗੇ। ਹਾਂ, ਬੇਸਿਕਲੀ ਅਸੀਂ ਉੱਥੇ ਮਤਲਬ ਆਪਣੇ ਡਿਸਟਰੀਬਿਊਟਰ ਲੱਭ ਰਹੇ ਹਾਂ ਜਾਂ ਫਿਰ ਕੁਝ ਇਹੋ ਜਿਹਾ ਮਾਡਲ ਲੱਭ ਰਹੇ ਹਾਂ ਜਿੱਥੇ ਇਹ ਬਿਜ਼ਨਸ ਨੂੰ ਆਪਾਂ ਹੋਰ ਸਕੇਲ ਜਾਂ ਬਿਲਡ ਕਰ ਸਕੀਏ। ਹੁਣ ਇਹ ਕਹਿ ਕਿ ਅਸੀਂ ਇੱਕ ਕੰਪਨੀ ਆ, ਛੋਟੀ ਸਟਾਰਟਅਪ ਆ, ਹੋਰ ਕੰਪਨੀਜ਼ ਵੀ ਆ ਰਹੀਆਂ ਜਿਹੜੀ ਸਾਨੂੰ ਸਪੋਰਟ ਕਰ ਰਹੀਆਂ, ਸਾਨੂੰ ਮਤਲਬ ਕਾਫੀ ਇੰਡਸਟਰੀ ਤੋਂ ਵੀ ਸਪੋਰਟ ਮਿਲ ਰਿਹਾ, ਫੰਡਿੰਗ ਮਿਲ ਰਹੀ ਹੈ, ਉਹਦੇ ਨਾਲ ਮਤਲਬ ਆਪਾਂ ਟਰਾਈ ਕਰ ਰਹੇ ਹਾਂ ਕਿ ਆਪਾਂ ਸਰਵਿਸ ਮਾਡਲ 'ਤੇ ਡਰੋਨਸ ਦਈਏ, ਅਤੇ ਕੁਛ ਮਤਲਬ ਆਪਣੇ ਉੱਥੇ ਬੰਦੇ ਜਾਂ ਕੁਝ ਡੈਡੀਕੇਟ ਕਰਕੇ, ਅਤੇ ਉਹ ਵਾਲੇ ਮਾਡਲ 'ਤੇ ਕੰਮ ਕਰਨਾ ਆਪਾਂ ਜ਼ਿਆਦਾ ਪਸੰਦ ਕਰ ਰਹੇ ਹਾਂ। ਕਿੰਨੇ ਕੁ ਡਰੋਨਸ ਹੁਣ ਤੱਕ ਤੁਸੀਂ ਮੈਨੂਫੈਕਚਰ ਕਰ ਦਿੱਤੇ ਹੈ, ਔਰ ਜੇ ਪੰਜਾਬ ਦੇ ਕਿਸਾਨ ਇਸ 'ਚ ਇੰਟਰਸਟਿਡ ਹੁੰਦੇ ਹੈ ਕਿ ਉਹਨਾਂ ਲਈ ਇਦੋਂ ਛੋਟੇ ਮਾਡਲਸ ਆਉਣਗੇ ਜਾਂ ਸੇਮ ਇੱਦਾਂ ਦੇ ਮਾਡਲਸ ਹੀ ਸਰਵਿਸਿਜ਼ ਦੇ? ਮੈਮ ਇਹ ਸਟਾਰਟਿੰਗ ਬੇਸ ਮਾਡਲ ਹੈ ਬੇਸਿਕਲੀ, ਇਹਦੇ ਬਾਅਦ ਉਹ ਵਾਲੇ ਮਾਡਲ ਜਿਹੜੇ ਫਾਰਮਰ ਲਈ ਹੈ ਉਹ ਕਾਫੀ ਬੜੇ ਬਣਾਉਣੇ ਹੈ, ਕਿਉਂਕਿ ਉਹਦੇ 16 ਲੀਟਰ ਦਾ ਟੈਂਕ ਵੀ ਲੱਗਣਾ ਹੈ, ਅਤੇ ਉਹ ਵਾਲੇ ਮਾਡਲਸ ਆਉਣ ਵਾਲੇ ਟਾਈਮ 'ਚ ਕਾਫੀ ਹੈਲਪਫੁਲ ਬਣਨਗੇ, ਬਿਕੋਜ਼ ਇਹ ਅਸੀਂ ਮਤਲਬ ਕੈਲਕੂਲੇਟ ਕੀਤਾ ਕਿ ਇੱਕ ਡਰੋਨ 10 ਬੰਦਿਆਂ ਦਾ ਕੰਮ ਤੱਕ ਕਰ ਸਕਦਾ ਹੈ, ਅਤੇ ਕਾਫੀ ਮੈਨ ਪਾਵਰ ਵਿੱਚ ਬੈਨੀਫਿਟ ਮਿਲੇਗਾ ਉਹਨਾਂ ਨੂੰ, ਮੈਨੂਅਲ ਉਹਨਾਂ ਦਾ ਕੰਮ ਖਤਮ ਹੋਏਗਾ। ਅੱਛਾ, ਇਹ ਟੈਕਨੋਲੋਜੀ ਕਿੱਥੇ ਯੂਜ਼ ਹੋ ਰਹੀ ਹੈ? ਜਿਹੜੀ ਤੁਸੀਂ ਕਿਹਾ ਵੀ ਇਹ ਖੇਤਾਂ ਦੇ ਵਿੱਚ ਮੈਨ ਪਾਵਰ ਘਟਾ ਸਕਦੀ ਹੈ ਔਰ ਖੁਦ ਹੀ ਸਪਰੇ ਵਗੈਰਾ ਸਭ ਕੁਝ ਕਰ ਸਕਦੀ ਹੈ? ਜੀ ਬਿਲਕੁਲ, ਇਹ ਹਜੇ ਟੈਕਨੋਲੋਜੀ ਬਿਜ਼ਨਸਿਸ ਯੂਜ਼ ਕਰ ਰਹੇ ਆ, ਐਂਟਰਪ੍ਰਾਈਜ਼ ਜਿਹੜੀ ਬੜੀ ਕੰਪਨੀਜ਼ ਹੈ ਉਹ ਇਹਨੂੰ ਯੂਜ਼ ਕਰ ਰਹੇ ਆ ਫॉर ਮਤਲਬ ਇੰਸਪੈਕਸ਼ਨ ਕਰ ਰਹੇ ਆ ਆਪਣੀ ਮਸ਼ੀਨਰੀ ਦੀ, ਪੋਰਟ ਸਰਵੇਲੈਂਸ ਕਰ ਰਹੇ ਆ, ਪੋਰਟ ਬਿਕੋਜ਼ ਬਹੁਤ 40 ਕਿਲੋਮੀਟਰ ਲੰਬੇ ਪੋਰਟ ਹੈ, ਅਤੇ ਉੱਥੇ ਇਹਦਾ ਯੂਜ਼ ਹੋ ਰਿਹਾ ਹੈ, ਅਤੇ ਹੁਣ ਹੌਲੀ ਹੌਲੀ ਇਹਦਾ ਯੂਜ਼ ਫਾਰਮਿੰਗ ਵੱਲ ਜ਼ਿਆਦਾ ਵੱਧ ਰਿਹਾ ਹੈ। ਕਾਫੀ ਸਟਾਰਟਅਪਸ ਆ ਗਏ ਇਨਫੈਕਟ ਜਿਹੜੇ ਸਿਰਫ ਮਤਲਬ ਕਿਟਸ ਅਸੈਂਬਲ ਕਰਕੇ ਦੇ ਰਹੇ ਹੈ, ਆਪਣਾ ਨਹੀਂ ਬਣਾ ਰਹੇ, ਬਟ ਸਟਿਲ ਉਹ ਵੀ ਇੱਕ ਤਰ੍ਹਾਂ ਦਾ ਕੰਮ ਹੈ ਮੈਮ, ਕੋਈ ਵੀ ਕੰਮ ਛੋਟਾ ਬੜਾ ਨਹੀਂ ਹੈ, ਉਹਨਾਂ ਦਾ ਸਰਵਿਸ ਜਾਂ ਫਿਰ ਉਹਨਾਂ ਦਾ ਮਾਡਲ ਅਲੱਗ ਹੈ ਬਿਜ਼ਨਸ ਦਾ। ਆਈ ਮੀਨ ਪੰਜਾਬ ਦੇ ਵਿੱਚ ਫਾਰਮਿੰਗ ਦੇ ਪਰਸਪੈਕਟਿਵ ਨਾਲ ਕਿਸੇ ਸਟੇਟ ਦੇ ਵਿੱਚ ਆਲਰੇਡੀ ਹੋ ਰਿਹਾ ਹੈ ਡਰੋਨਸ ਨਾਲ ਇਹ ਕੰਮ? ਮੈਮ ਕੇਰਲਾ 'ਚ, ਕਰਨਾਟਕਾ 'ਚ, ਆਪਣਾ ਤਮਿਲਨਾਡੂ 'ਚ ਬਹੁਤ ਜ਼ਿਆਦਾ ਯੂਜ਼ ਹੋ ਰਿਹਾ ਹੈ ਡਰੋਨ। ਇਨਫੈਕਟ ਇੱਕ ਆਪਾਂ ਨੂੰ ਯੂਜ਼ ਕੇਸ ਆਇਆ ਉੱਧਰੋਂ ਦੀ ਕਿ ਟੀ ਪਲਾਂਟੇਸ਼ਨਸ ਹੈ, ਮਤਲਬ ਉੱਥੇ ਜਿਹੜਾ ਊਟੀ ਹੈ, ਊਟੀ 'ਚ ਚਾਹ ਕਾਫੀ ਬਣਦੀ ਹੈ ਉੱਥੇ, ਅਤੇ ਉਹਦੇ ਉੱਤੇ ਸਪਰੇਅ ਕਰਨਾ, ਉਹਦੀ ਸਾਨੂੰ ਇੱਕ ਇਨਕੁਆਇਰੀ ਆਈ ਉੱਧਰੋਂ ਸਾਊਥ ਤੋਂ, ਅਤੇ ਉੱਥੇ ਦੇ ਬਹੁਤ ਸਟਾਰਟਅਪਸ ਜਾਂ ਕੰਪਨੀਜ਼ ਕੰਮ ਆਲਰੇਡੀ ਕਰ ਰਹੀਆਂ, ਬਟ ਡਰੋਨ ਕੰਪਨੀਜ਼ ਜੇ ਕਹੀਏ ਤਾਂ ਸਾਰੀਆਂ ਸਾਊਥ ਵਿੱਚ ਹੀ ਬੇਸਡ ਹੈ,
ਨਾਰਥ ਦੀ ਆਪਾਂ ਮਤਲਬ ਤੀਜੀ ਜਾਂ ਚੌਥੀ ਕੰਪਨੀ ਹੋਵਾਂਗੇ ਸਿਰਫ ਡਰੋਨ ਦੀ। ਕਿੱਦਾਂ ਉਮੀਦ ਕਰ ਰਹੇ ਹੋ ਇਨਵੈਸਟ ਪੰਜਾਬ ਤੋਂ ਹੁੰਗਾਰਾ ਮਿਲ ਸਕਦਾ ਹੈ ਬਿਜ਼ਨਸ ਨੂੰ? ਬਿਲਕੁਲ ਮੈਮ, ਬਹੁਤ ਜ਼ਿਆਦਾ ਚੰਗਾ ਲੱਗਿਆ ਜਦ ਕੱਲ ਸੀਐਮ ਸਾਹਿਬ ਨੇ ਵੀ ਆਏ, ਉਹਨਾਂ ਨੇ ਅਪਰੀਸ਼ੀਏਟ ਕੀਤਾ। ਤੇ ਮਤਲਬ ਬਹੁਤ ਘੱਟ ਹੁੰਦਾ ਹੈ ਕਿ ਇੱਕ ਸਟਾਰਟਅਪ, ਮਤਲਬ ਕਿੰਨੇ ਸਾਰੇ ਸਟਾਰਟਅਪਸ ਆਏ ਹੈ ਨਾ ਪੰਜਾਬ 'ਚ, ਉਹਨਾਂ 'ਚੋਂ ਸਾਨੂੰ ਵੀ ਮੌਕਾ ਮਿਲਿਆ ਇੱਥੇ ਡਿਸਪਲੇ ਕਰਨ ਦਾ ਤੇ ਇੱਥੇ ਉਹਨਾਂ ਨੂੰ ਮਿਲਣ ਦਾ। ਅੱਛਾ, ਇੱਕ ਕੋਸਟ ਦੱਸ ਦਿਓ, ਜੇਕਰ ਕੋਈ ਤੁਹਾਨੂੰ ਕੰਟੈਕਟ ਕਰਦਾ, ਕੋਈ ਬਿਜ਼ਨਸ ਹੀ ਆਵੇ, ਕਿੰਨੇ ਦਾ ਪਏਗਾ? ਔਰ ਫਾਰਮਰਸ ਨੂੰ ਜੇਕਰ ਉਹਨਾਂ ਨੇ ਸਿਰਫ ਸਰਵਿਸਿਜ਼ ਹੀ ਲੈਣੀ ਹੈ ਤੁਹਾਡੇ ਤੋਂ, ਕਿੱਦਾਂ ਕੰਟੈਕਟ ਕਰ ਸਕਦੇ ਔਰ ਕਿੰਨੀ ਕੁ ਸਰਵਿਸ ਚਾਰਜ ਪਏਗਾ? ਜੀ ਮੈਮ, ਸਾਡਾ ਆਇਓਟਾਈਜ਼ ਜਿਹੜਾ ਬ੍ਰਾਂਡ ਨੇਮ ਹੈ ਇਹ ਗੂਗਲ ਤੇ ਅਵੇਲੇਬਲ ਹੈ, ਕੋਈ ਵੀ ਸਾਨੂੰ ਸਰਚ ਕਰਕੇ ਸਾਨੂੰ ਕਾਲ ਕਰ ਸਕਦਾ, ਉੱਥੇ ਸਾਡਾ ਨੰਬਰ ਅਵੇਲੇਬਲ ਹੈ। ਤੇ ਇਹਦੀ ਕਾਸਟ ਜਿਹੜੀ ਹੈ ਖਰੀਦਣ ਦੀ ਉਹ 3.5 ਤੋਂ 5 ਲੱਖ ਹੈ, ਬਟ ਜਿਹੜੇ ਫਾਰਮਰਸ ਹੈ ਜਾਂ ਕਿਸਾਨ ਹੈ ਉਹਨਾਂ ਨੂੰ ਖਰੀਦਣ ਦੀ ਲੋੜ ਨਹੀਂ ਹੈ, ਉਹਨਾਂ ਨੂੰ ਆਪਾਂ ਸਰਵਿਸ ਏਕੜ ਦੇ ਹਿਸਾਬ ਨਾਲ ਦੇਵਾਂਗੇ ਤੇ ਬਹੁਤ ਨੋਮੀਨਲ ਰੇਟਸ ਹੈ, 400-500 ਰੁਪਏ 600 ਰੁਪਏ ਪਰ ਏਕੜ ਦਾ ਆਲਮੋਸਟ ਪੈਂਦਾ ਹੈ ਜਦ ਆਪਾਂ ਬੜੀ ਵੋਲਿਊਮ ਦੀ ਗੱਲ ਕਰਦੇ ਹਾਂ, ਕਿਉਂਕਿ ਉਹਦੇ 'ਚ ਪਾਇਲਟ ਵੀ ਮਤਲਬ ਡਿਸਟ੍ਰੀਬਿਊਟ ਹੋ ਜਾਂਦੇ ਆ ਜਾਂ ਫਿਰ ਆਪਾਂ ਆਊਟਸੋਰਸ ਕਰ ਦਿੰਦੇ ਆ, ਤੇ ਕਾਫੀ ਕੋਸਟ ਇਫੈਕਟਿਵ ਆਪਾਂ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿਸਾਨਾਂ। ਅੱਛਾ, ਮਸ਼ੀਨਰੀ ਦੀ ਗੱਲ ਹੁੰਦੀ ਹੈ ਤੇ ਐਦਾਂ ਦੀ ਚੀਜ਼ਾਂ ਵੀ ਹੈ, ਤੇ ਮਸ਼ੀਨ ਹੈ ਲੇਕਿਨ ਕਾਫੀ ਐਡਵਾਂਸ ਟੈਕਨੋਲੋਜੀ। ਸੋ ਡਰੋਨ ਦੀ ਗੱਲ ਹੁੰਦੀ ਹੈ, ਕੋਈ ਟੈਕਨੀਕਲੀ ਇਸ ਨੂੰ ਕੋਈ ਸੱਟ ਵੱਜ ਕਿਤੇ ਫਸ ਜਾਵੇ ਕੰਮ ਕਰਦੇ ਕਰਦੇ ਹੀ, ਤੇ ਮੇਨਟੇਨੈਂਸ ਕਾਸਟ ਜਿਹੜੀ ਹੁੰਦੀ ਉਹ ਕਾਫੀ ਮਹਿੰਗੀ ਪੈ ਜਾਂਦੀ ਹੈ। ਸੋ ਇਹਦਾ ਕੀ ਸਿਸਟਮ ਹੈ? ਮੈਮ, ਜਿਹੜਾ ਇਹ ਡਰੋਨ ਜਦ ਆਪਾਂ ਵੇਚਦੇ ਹਾਂ ਤਾਂ 1 ਸਾਲ ਦੀ ਮੇਨਟੇਨੈਂਸ ਨਾਲ ਦਿੰਦੇ ਹਾਂ, ਤਾਂ ਕਿ ਇਹੀ, ਕਿਉਂਕਿ ਐਕਸੀਡੈਂਟਸ ਹੋ ਸਕਦੇ ਆ ਨਾ। ਇੰਸ਼ੋਰੈਂਸ ਵੀ ਆ ਗਈ ਹੈ ਵੈਸੇ ਤਾਂ ਹੁਣ ਡਰੋਨਸ ਦੀ, ਸਰਕਾਰ ਜਿਹੜੀ ਗਵਰਨਮੈਂਟ ਏਜੰਸੀਜ਼ ਹੈ ਉਹ ਵੀ ਈਵਨ ਸਾਨੂੰ ਇਹਦੀ ਇੰਸ਼ੋਰੈਂਸ ਦੇ ਸਕਦੇ ਆ। ਬਟ ਇਹਦੇ 'ਚ ਕਿਹਾ ਹੈ ਕਿ ਇੱਕ ਸਾਲ ਦੀ ਮੇਨਟੇਨੈਂਸ ਦੇ ਬਾਅਦ ਵੀ ਇਹਦਾ ਖਰਚਾ ਜਿਹੜਾ ਹੈ 10 ਤੋਂ 15,000 ਰੁਪਏ 1 ਸਾਲ ਦਾ ਹੈ। ਇਹਦੇ ਵਿੱਚ ਸਿਰਫ ਬੈਟਰੀ ਤੇ ਮੋਟਰ ਬਦਲਦੇ ਆ, ਬਾਕੀ ਸਾਰਾ ਕੁਝ ਸੇਮ ਰਹਿੰਦਾ ਹੈ, ਉਹ ਇੱਕ ਕੰਜ਼ਿਊਮੇਬਲ ਦਾ ਪਾਰਟ ਹੈ। ਬਾਕੀ 10 ਤੋਂ 15,000 ਰੁਪਏ ਦਾ ਖਰਚਾ ਹੈ 1 ਸਾਲ ਦਾ, ਜ਼ਿਆਦਾ ਨਹੀਂ ਹੈ ਨੋਮੀਨਲੀ। ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਮੈਮ। ਸੋ ਫਿਲਹਾਲ ਤੁਸੀਂ ਦੇਖ ਰਹੇ ਹੋ ਕਿ ਮੇਕ ਇਨ ਇੰਡੀਆ ਪ੍ਰੋਜੈਕਟ ਦੇ ਅਧੀਨ ਹੁਣ ਭਾਰਤ ਦੇ ਵਿੱਚ ਡਰੋਨਸ ਬਣਨੇ ਸ਼ੁਰੂ ਹੋ ਗਏ ਨੇ। ਇਸ ਤੋਂ ਪਹਿਲਾਂ ਚਾਈਨਾ, ਤਾਈਵਾਨ ਇੱਦਾਂ ਦੀ ਜਗ੍ਹਾ 'ਤੇ ਹੀ ਡਰੋਨਸ ਬਣਦੇ ਸੀ, ਔਰ ਜਿਹੜਾ ਚਿਪ ਸਿਸਟਮ ਹੁੰਦਾ ਸੀ ਹੁਣ ਉਹ ਇੰਡੀਆ ਦੇ ਵਿੱਚ ਬਣਨ ਲੱਗਿਆ ਹੈ। ਕਾਫੀ ਜਿਹੜੇ ਇਹਨਾਂ ਦੇ ਕਾਫੀ ਜੋ ਮੈਨੂਫੈਕਚਰਿੰਗ ਪਾਰਟਸ ਹੁੰਦੇ ਆ ਉਹ ਇੰਡੀਆ ਦੇ ਵਿੱਚ ਬਣਨ ਲੱਗੇ ਨੇ, ਔਰ ਭਾਰਤ ਨੂੰ ਹੁੰਗਾਰਾ ਮਿਲ ਰਿਹਾ ਹੈ ਹੁਣ ਇਸ ਤਰ੍ਹਾਂ ਦੀ ਟੈਕਨੋਲੋਜੀ ਦੇ ਵਿੱਚ। ਔਰ ਇਨਵੈਸਟ ਪੰਜਾਬ ਦੇ ਵਿੱਚ ਇਹ ਆਈਸਰ ਦੇ ਵਿੱਚ ਬਣਿਆ ਹੋਇਆ ਡਰੋਨ ਕਾਫੀ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ, ਔਰ ਖਾਸ ਤੌਰ 'ਤੇ ਪੰਜਾਬ ਦੇ ਫਾਰਮਰਸ ਵੀ ਇਸ ਵੱਲ ਅੱਖਾਂ ਗੜਾ ਕੇ ਬੈਠੇ ਨੇ ਵੀ ਜੇਕਰ ਖੇਤੀਬਾੜੀ ਦੇ ਵਿੱਚ ਇਸ ਰਾਹੀਂ ਸਪਰੇਇੰਗ ਜਾਂ ਫਿਰ ਬੀਜ ਸੁੱਟਣ ਵਾਲੀ ਕੋਈ ਵੀ ਟੈਕਨੋਲੋਜੀ ਯੂਜ਼ ਹੋ ਸਕੇ, ਸੋ ਇਹ ਪ੍ਰੋਵਾਈਡ ਕਰ ਰਹੇ ਨੇ। ਇਸ ਲਈ ਤੁਹਾਨੂੰ ਖਰੀਦਣ ਦੀ ਲੋੜ ਨਹੀਂ ਹੈ ਇਸ ਡਰੋਨ ਨੂੰ, ਸਿਰਫ ਇਹਨਾਂ ਦੀ ਕੰਪਨੀ ਦੇ ਥਰੂ ਤੁਸੀਂ ਬੁੱਕ ਕਰ ਸਕਦੇ ਹੋ, ਔਰ ਪਰ ਰਕਬੇ ਦੇ ਹਿਸਾਬ ਨਾਲ, ਪਰ ਏਕੜ ਦੇ ਹਿਸਾਬ ਨਾਲ ਤੁਹਾਨੂੰ ਉਹ ਸਰਵਿਸ ਦੇ ਸਕਦੇ ਹੈ ਖੇਤਾਂ ਦੇ ਵਿੱਚ। ਸੋ ਇਸ ਤਰ੍ਹਾਂ ਦੇ ਸਟਾਰਟਅਪਸ ਵੀ ਇਨਵੈਸਟ ਪੰਜਾਬ ਵਿੱਚ ਆਏ ਨੇ, ਜੋ ਕਿ ਉਮੀਦ ਕਰ ਰਹੇ ਨੇ ਕਿ ਉਹਨਾਂ ਦੇ ਸਟਾਰਟਅਪ ਨੂੰ ਪੰਜਾਬ ਦੇ ਲੋਕ, ਭਾਰਤ ਦੇ ਲੋਕ, ਪੰਜਾਬ ਦੇ ਲੋਕ ਖਾਸ ਕਰ ਕਾਫੀ ਪਿਆਰ ਦੇਣਗੇ। ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਸ਼ਿਖਾ ਧੁਰੀਆ ਵਿੱਚ ਔਨ ਏਅਰ, ਮੋਹਾਲੀ।